ਵਾਤਾਵਰਣ ਨੂੰ ਬਚਾਉਣ ਲਈ 3 ਪ੍ਰਕਾਰ ਦੇ ਆਰ ਦੇ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਰਿਡਿਊਸ ਘੱਟ ਉਪਯੋਗ, ਰੀਸਾਈਕਲ ਮੁੜ ਚੱਕਰ ਅਤੇ ਰੀਯੂਜ਼ ਮੁੜ ਉਪਯੋਗ। ਇਹ ਕੀ ਦੱਸਦੇ ਹਨ? ਰਿਡਿਊਸ ਘੱਟ ਉਪਯੋਗ, ਇਸ ਦਾ ਅਰਥ ਹੈ ਤੁਹਾਨੂੰ ਘੱਟ ਤੋਂ ਘੱਟ ਵਸਤੂਆਂ ਦਾ ਉਪਯੋਗ ਕਰਨਾ ਚਾਹੀਦਾ ਹੈ। ਤੁਸੀਂ ਬਿਨਾਂ ਲੋੜ ਤੋਂ ਚੱਲ ਰਹੇ ਬਿਜਲੀ ਦੇ ਪੱਖੇ ਅਤੇ ਬੱਲਬ ਦਾ ਸਵਿੱਚ ਬੰਦ ਕਰਕੇ ਬਿਜਲੀ ਬਚਾ ਸਕਦੇ ਹੋ। ਪਾਣੀ ਟਪਕਾਉਂਦੀ ਟੂਟੀ ਦੀ ਮੁਰੰਮਤ ਕਰਵਾ ਕੇ ਪਾਣੀ ਦੀ ਬਚਤ ਕਰ ਸਕਦੇ ਹੋ। ਤੁਹਾਨੂੰ ਭੋਜਨ ਵਿਅਰਥ ਨਹੀਂ ਗੁਆਉਣਾ ਚਾਹੀਦਾ। ਕੀ ਤੁਸੀਂ ਕੁਝ ਹੋਰ ਵਸਤੂਆਂ ਦੇ ਬਾਰੇ ਸੋਚ ਸਕਦੇ ਹੋ ਜਿਸ ਦਾ ਉਪਯੋਗ ਘੱਟ ਕੀਤਾ ਜਾ ਸਕਦਾ ਹੈ? ਰੀਸਾਈਕਲ ਪੁਨਰ ਚੱਕਰ, ਇਸ ਦਾ ਅਰਥ ਹੈ ਕਿ ਪਲਾਸਟਿਕ, ਕਾਗਜ਼, ਕੱਚ, ਧਾਤ ਦੀਆਂ ਵਸਤਾਂ ਅਤੇ ਅਜਿਹੇ ਹੀ ਪਦਾਰਥ ਮੁੜ ਵਰਤਣਯੋਗ ਬਣਾ ਕੇ ਉਪਯੋਗੀ ਵਸਤੂਆਂ ਬਣਾਉਣੀਆਂ ਚਾਹੀਦੀਆਂ ਹਨ। ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਇਹਨਾਂ ਦਾ ਨਵਾਂ ਉਤਪਾਦਨ ਕਰਨਾ ਅਕਲਮੰਦੀ ਨਹੀਂ ਹੈ। ਇਹਨਾਂ ਨੂੰ ਮੁੜ ਵਰਤੋਂ ਯੋਗ ਬਣਾਉਣ ਲਈ ਪਹਿਲਾਂ ਇਹਨਾਂ ਪਦਾਰਥਾਂ ਨੂੰ ਵਾਧੂ ਪਦਾਰਥਾਂ ਤੋਂ ਵੱਖ ਕਰਨਾ ਜ਼ਰੂਰੀ ਹੈ, ਜਿਸ ਨਾਲ ਮੁੜ ਵਰਤਣਯੋਗ ਵਸਤੂਆਂ ਨੂੰ ਵਾਧੂ ਪਦਾਰਥਾਂ ਵਿੱਚ ਨਾ ਸੁੱਟਿਆ ਜਾ ਸਕੇ। ਮੁੜ ਉਪਯੋਗ ਰੀਯੂਜ਼, ਇਹ ਮੁੜ ਵਰਤੋਂ ਤੋਂ ਵੀ ਚੰਗਾ ਤਰੀਕਾ ਹੈ, ਕਿਉਂਕਿ ਮੁੜ ਵਰਤੋਂ ਵਿੱਚ ਕੁਝ ਨਾ ਕੁਝ ਊਰਜਾ ਖਰਚ ਹੁੰਦੀ ਹੈ। ਮੁੜ ਵਰਤੋਂ ਦੇ ਢੰਗ ਵਿੱਚ ਤੁਸੀਂ ਕਿਸੇ ਵਸਤੂ ਦਾ ਬਾਰ-ਬਾਰ ਉਪਯੋਗ ਕਰ ਸਕਦੇ ਹੋ। ਲਿਫਾਫਿਆਂ ਨੂੰ ਸੁੱਟਣ ਦੀ ਬਜਾਏ ਉਹਨਾਂ ਨੂੰ ਮੁੜ ਉਪਯੋਗ ਵਿੱਚ ਲਿਆ ਸਕਦੇ ਹੋ। ਭਿੰਨ-ਭਿੰਨ ਭੋਜਨ ਪਦਾਰਥਾਂ ਵਾਲੀਆਂ ਬੋਤਲਾਂ, ਡੱਬੇ ਆਦਿ ਦਾ ਉਪਯੋਗ ਰਸੋਈ ਵਿੱਚ ਵਸਤੂਆਂ ਨੂੰ ਸਾਂਭ ਕੇ ਰੱਖਣ ਲਈ ਕੀਤਾ ਜਾ ਸਕਦਾ ਹੈ। ਬੱਚਿਓ, ਕੇਵਲ ਸੜਕਾਂ ਤੇ ਇਮਾਰਤਾਂ ਹੀ ਨਹੀਂ, ਸਗੋਂ ਸਾਰੀਆਂ ਵਸਤਾਂ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ, ਜਿਵੇਂ ਭੋਜਨ, ਕੱਪੜੇ, ਪੁਸਤਕਾਂ, ਫਰਨੀਚਰ, ਔਜ਼ਾਰ ਅਤੇ ਵਾਹਨ ਆਦਿ, ਸਾਰੇ ਹੀ ਸਾਨੂੰ ਪ੍ਰਿਥਵੀ ਉੱਤੇ ਉਪਲਬਧ ਕੁਦਰਤੀ ਸਾਧਨਾਂ ਤੋਂ ਪ੍ਰਾਪਤ ਹੁੰਦੀਆਂ ਹਨ। ਸਾਨੂੰ ਕੇਵਲ ਇੱਕ ਹੀ ਵਸਤੂ ਪ੍ਰਿਥਵੀ ਦੇ ਬਾਹਰੋਂ ਪ੍ਰਾਪਤ ਹੁੰਦੀ ਹੈ, ਉਹ ਹੈ ਊਰਜਾ। ਇਹ ਊਰਜਾ ਸਾਨੂੰ ਸੂਰਜ ਤੋਂ ਪ੍ਰਾਪਤ ਹੁੰਦੀ ਹੈ। ਇਹ ਊਰਜਾ ਵੀ ਪ੍ਰਿਥਵੀ ਉੱਤੇ ਮੌਜੂਦ ਜੀਵਾਂ ਅਤੇ ਉਹਨਾਂ ਵੱਲੋਂ ਕੀਤੀਆਂ ਭਿੰਨ-ਭਿੰਨ ਭੌਤਿਕ ਅਤੇ ਰਸਾਇਣਿਕ ਕਿਰਿਆਵਾਂ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਸਾਨੂੰ ਆਪਣੇ ਸਾਧਨਾਂ ਦੀ ਸਾਵਧਾਨੀਪੂਰਵਕ ਵਰਤੋਂ ਦੀ ਕਿਉਂ ਲੋੜ ਹੈ? ਕਿਉਂਕਿ ਇਹ ਸਾਧਨ ਅਸੀਮਿਤ ਨਹੀਂ ਹਨ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਆਉਣ ਦੇ ਕਾਰਨ ਸਾਡੀ ਜਨਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਨਸੰਖਿਆ ਵਿੱਚ ਵਾਧੇ ਦੇ ਕਾਰਨ ਸਾਡੇ ਸਾਧਨਾਂ ਦੀ ਮੰਗ ਵੀ ਕਈ ਗੁਣਾ ਤੇਜ਼ੀ ਨਾਲ ਵੱਧ ਗਈ ਹੈ। ਬੱਚਿਓ, ਇਹ ਗ੍ਰਾਫ ਗੰਗਾ ਜਲ ਵਿੱਚ ਕਲੋਏਫਾਰਮ ਦੀ ਸੰਪੂਰਨ ਗਣਨ ਸਤਰ ਦਿਖਾ ਰਿਹਾ ਹੈ। ਗੰਗਾ ਹਿਮਾਲਿਆ ਵਿੱਚ ਸਥਿਤ ਆਪਣੇ ਨਿਕਾਸ ਗੰਗੋਤਰੀ ਤੋਂ ਬੰਗਾਲ ਦੀ ਖਾੜੀ ਵਿਚਲੇ ਗੰਗਾ ਸਾਗਰ ਤੱਕ 2500 ਕਿਲੋਮੀਟਰ ਤੱਕ ਦੀ ਯਾਤਰਾ ਕਰਦੀ ਹੈ। ਇਸ ਦੇ ਕਿਨਾਰੇ ਸਥਿਤ ਉੱਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਦੇ 100 ਤੋਂ ਵੱਧ ਨਗਰਾਂ ਨੇ ਇਸ ਨੂੰ ਇੱਕ ਨਾਲੇ ਵਿੱਚ ਬਦਲ ਦਿੱਤਾ ਹੈ। ਇਸ ਦਾ ਮੁੱਖ ਕਾਰਨ ਇਹਨਾਂ ਨਗਰਾਂ ਦੁਆਰਾ ਪੈਦਾ ਕਚਰੇ ਅਤੇ ਮਲ ਮੂਤਰ ਦਾ ਇਸ ਵਿੱਚ ਪ੍ਰਵਾਹਿਤ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਮਨੁੱਖ ਦੀਆਂ ਹੋਰ ਪ੍ਰਕਿਰਿਆਵਾਂ ਜਿਵੇਂ ਕਿ ਨਹਾਉਣਾ, ਕੱਪੜੇ ਧੋਣਾ, ਮੁਰਦਾ ਵਿਅਕਤੀਆਂ ਦੀ ਰਾਖ ਅਤੇ ਲਾਸ਼ਾਂ ਦਾ ਵਹਾਉਣਾ ਹੈ।
ਇਹ ਹੀ ਨਹੀਂ, ਉਪਯੋਗਾਂ ਦੁਆਰਾ ਉਤਪਾਦਿਤ ਰਸਾਇਣਿਕ ਉਤਸਰਜਨ ਨੇ ਗੰਗਾ ਦੇ ਪ੍ਰਦੂਸ਼ਣ ਦਾ ਸਤਰ ਇੰਨਾ ਵਧਾ ਦਿੱਤਾ ਹੈ ਕਿ ਇਸ ਦੇ ਵਿਸ਼ੈਲੇ ਹੋਣ ਕਾਰਨ ਇਸ ਵਿੱਚ ਮੱਛੀਆਂ ਮਰਨ ਲੱਗ ਪਈਆਂ ਹਨ। ਸਾਧਨਾਂ ਦੀ ਬਿਨਾਂ ਸੋਚੇ ਸਮਝੇ ਵਰਤੋਂ ਕਰਨ ਨਾਲ ਪੈਦਾ ਸਮੱਸਿਆਵਾਂ ਦੇ ਵਿਸ਼ੇ ਵਿੱਚ ਜਾਗਰੂਕਤਾ ਸਾਡੇ ਸਮਾਜ ਵਿੱਚ ਪੈਦਾ ਇੱਕ ਨਵਾਂ ਵਰਤਾਰਾ ਹੈ। ਜਦੋਂ ਇਹ ਜਾਗਰੂਕਤਾ ਵੱਧਦੀ ਹੈ ਤਾਂ ਕੁਝ ਨਾ ਕੁਝ ਕਦਮ ਵੀ ਪੁੱਟੇ ਜਾਂਦੇ ਹਨ। ਤੁਸੀਂ ਗੰਗਾ ਸਫਾਈ ਯੋਜਨਾ ਬਾਰੇ ਜ਼ਰੂਰ ਸੁਣਿਆ ਹੋਵੇਗਾ। ਕਈ ਕਰੋੜ ਦੀ ਇਹ ਯੋਜਨਾ 1985 ਵਿੱਚ ਇਸ ਲਈ ਆਰੰਭ ਕੀਤੀ ਗਈ ਕਿਉਂਕਿ ਗੰਗਾ ਦੇ ਪਾਣੀ ਦੀ ਗੁਣਵੱਤਾ ਬਹੁਤ ਘਟ ਗਈ ਸੀ। ਜੀਵਾਣੂਆਂ ਦਾ ਇੱਕ ਅਜਿਹਾ ਵਰਗ ਹੈ ਜੋ ਮਨੁੱਖ ਦੀਆਂ ਆਂਦਰਾਂ ਵਿੱਚ ਪਾਇਆ ਜਾਂਦਾ ਹੈ। ਪਾਣੀ ਵਿੱਚ ਇਸ ਦੀ ਮੌਜੂਦਗੀ ਜੀਵਾਣੂਆਂ ਦੁਆਰਾ ਪਾਣੀ ਦਾ ਪ੍ਰਦੂਸ਼ਿਤ ਹੋਣਾ ਦਰਸਾਉਂਦੀ ਹੈ। ਜੰਗਲ ਜੀਵ ਵਿਭਿੰਨਤਾ ਦੇ ਵਿਸ਼ੇਸ਼ ਸਥਲ ਹਨ। ਜੀਵ ਵਿਭਿੰਨਤਾ ਦਾ ਇੱਕ ਆਧਾਰ ਉਸ ਖੇਤਰ ਵਿੱਚ ਪਾਈਆਂ ਜਾਣ ਵਾਲੀਆਂ 3 ਪ੍ਰਜਾਤੀਆਂ ਦੀ ਸੰਖਿਆ ਹੈ। ਜੀਵਾਂ ਦੇ ਭਿੰਨ ਸਰੂਪ ਵੀ ਮਹੱਤਵਪੂਰਨ ਹਨ। ਵਿਰਸੇ ਵਿੱਚ ਪ੍ਰਾਪਤ ਜੀਵ ਵਿਭਿੰਨਤਾ ਨੂੰ ਸੁਰੱਖਿਅਤ ਕਰਨ ਦਾ ਯਤਨ ਕੁਦਰਤੀ ਸੁਰੱਖਿਅਕ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ। ਪ੍ਰਯੋਗਾਂ ਅਤੇ ਖੇਤਰੀ ਅਧਿਐਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਵਿਭਿੰਨਤਾ ਦੇ ਨਸ਼ਟ ਹੋਣ ਨਾਲ ਵਾਤਾਵਰਣਿਕ ਸਥਿਰਤਾ ਵੀ ਨਸ਼ਟ ਹੋ ਸਕਦੀ ਹੈ। ਜਦੋਂ ਅਸੀਂ ਜੰਗਲਾਂ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਇਸ ਦੇ ਦਾਅਵੇਦਾਰ ਕੌਣ ਹਨ। ਜੰਗਲ ਵਿੱਚ ਅਤੇ ਇਸ ਦੇ ਨੇੜੇ ਰਹਿਣ ਵਾਲੇ ਲੋਕ ਆਪਣੀਆਂ ਅਨੇਕਾਂ ਲੋੜਾਂ ਲਈ ਜੰਗਲ ਉੱਤੇ ਨਿਰਭਰ ਕਰਦੇ ਹਨ। ਸਰਕਾਰ ਦਾ ਜੰਗਲਾਤ ਵਿਭਾਗ ਜੰਗਲ ਦੀ ਜ਼ਮੀਨ ਜਿਸ ਦੀ ਹੈ ਅਤੇ ਉਹ ਜੰਗਲਾਂ ਤੋਂ ਪ੍ਰਾਪਤ ਸਾਧਨਾਂ ਉੱਤੇ ਨਿਯੰਤਰਣ ਰੱਖਦਾ ਹੈ। ਉਹ ਉਦਯੋਗਪਤੀ ਜੋ ਤੇਂਦੂ ਪੱਤਿਆਂ ਦੀ ਵਰਤੋਂ ਬੀੜੀ ਬਣਾਉਣ ਲਈ ਕਰਦੇ ਹਨ, ਕਾਗਜ਼ ਮਿੱਲ ਦੇ ਮਾਲਕ ਜੋ ਭਿੰਨ-ਭਿੰਨ ਜੰਗਲੀ ਉਤਪਾਦਾਂ ਦੀ ਵਰਤੋਂ ਕਰਦੇ ਹਨ, ਪਰ ਉਹ ਜੰਗਲਾਂ ਦੇ ਕਿਸੇ ਵੀ ਇੱਕ ਖੇਤਰ ਉੱਤੇ ਨਿਰਭਰ ਨਹੀਂ ਕਰਦੇ। ਜੰਗਲੀ ਜੀਵਨ ਅਤੇ ਕੁਦਰਤੀ ਪ੍ਰੇਮੀ ਜੋ ਪ੍ਰਕਿਰਤੀ ਦਾ ਸੁਰੱਖਿਅਣ ਇਸ ਦੀ ਮੁੱਢਲੀ ਅਵਸਥਾ ਵਾਂਗ ਕਰਨਾ ਚਾਹੁੰਦੇ ਹਨ। ਆਓ ਵੇਖੀਏ ਕਿ ਜੰਗਲ ਤੋਂ ਉਪਰੋਕਤ ਹਰ ਸਮੂਹ ਦੀਆਂ ਕੀ ਲੋੜਾਂ ਪੂਰੀਆਂ ਹੁੰਦੀਆਂ ਹਨ। ਸਥਾਨਕ ਲੋਕਾਂ ਨੂੰ ਬਾਲਣ ਦੇ ਲਈ ਜਲਣਯੋਗ ਛੋਟੀਆਂ ਲੱਕੜੀਆਂ ਅਤੇ ਛੱਪਰਾਂ ਲਈ ਲੱਕੜੀਆਂ ਦੀ ਕਾਫੀ ਮਾਤਰਾ ਦੀ ਲੋੜ ਹੁੰਦੀ ਹੈ। ਬਾਂਸ ਦਾ ਉਪਯੋਗ ਝੌਂਪੜੀਆਂ ਬਣਾਉਣ, ਭੋਜਨ ਇਕੱਤਰ ਕਰਨ, ਖੇਤੀ ਦੇ ਸੰਦ, ਮੱਛੀਆਂ ਪਕੜਨ ਅਤੇ ਸ਼ਿਕਾਰ ਕਰਨ ਵਾਲੇ ਔਜ਼ਾਰ ਮੁੱਖ ਤੌਰ ਤੇ ਲੱਕੜੀ ਦੇ ਬਣੇ ਹੁੰਦੇ ਹਨ। ਜੰਗਲ ਮੱਛੀ ਪਕੜਨ ਅਤੇ ਸ਼ਿਕਾਰ ਸਥਲ ਵੀ ਹਨ। ਇਸ ਤੋਂ ਇਲਾਵਾ ਵੱਖ-ਵੱਖ ਮਨੁੱਖ ਫਲ, ਨਟਸ, ਸੁੱਕੇ ਮੇਵੇ ਅਤੇ ਦਵਾਈਆਂ ਇਕੱਠਾ ਕਰਨ ਦੇ ਨਾਲ-ਨਾਲ ਆਪਣੇ ਪਸ਼ੂਆਂ ਨੂੰ ਜੰਗਲ ਵਿੱਚ ਚਰਾਉਂਦੇ ਹਨ ਅਤੇ ਉਹਨਾਂ ਦਾ ਚਾਰਾ ਜੰਗਲਾਂ ਤੋਂ ਹੀ ਇਕੱਠਾ ਕਰਦੇ ਹਨ। ਕੀ ਤੁਸੀਂ ਸੋਚ ਸਕਦੇ ਹੋ ਕਿ ਜੰਗਲਾਂ ਦੇ ਸਾਧਨਾਂ ਦੀ ਇਸ ਤਰ੍ਹਾਂ ਵਰਤੋਂ ਕਰਨ ਨਾਲ ਇਹ ਸਾਧਨ ਖਤਮ ਹੋ ਜਾਣਗੇ? ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਪਹਿਲਾਂ ਲੋਕ ਇਹਨਾਂ ਜੰਗਲਾਂ ਵਿੱਚ ਸਦੀਆਂ ਤੋਂ ਰਹਿ ਰਹੇ ਸਨ। ਅੰਗਰੇਜ਼ਾਂ ਨੇ ਜੰਗਲਾਂ ਦਾ ਨਿਯੰਤਰਣ ਆਪਣੇ ਹੱਥਾਂ ਵਿੱਚ ਲੈ ਲਿਆ। ਸੁਤੰਤਰਤਾ ਤੋਂ ਪਿੱਛੋਂ ਵੀ ਜੰਗਲਾਤ ਵਿਭਾਗ ਨੇ ਅੰਗਰੇਜ਼ਾਂ ਤੋਂ ਜੰਗਲਾਂ ਦਾ ਨਿਯੰਤਰਣ ਤਾਂ ਆਪਣੇ ਹੱਥ ਵਿੱਚ ਲਿਆ, ਪਰ ਪ੍ਰਬੰਧਕੀ ਵਿਹਾਰ ਵਿੱਚ ਸਥਾਨਿਕ ਲੋਕਾਂ ਦੀਆਂ ਲੋੜਾਂ ਅਤੇ ਗਿਆਨ ਦੀ ਅਣਦੇਖੀ ਹੁੰਦੀ ਰਹੀ। ਇਸ ਲਈ ਜੰਗਲਾਂ ਦੇ ਬਹੁਤ ਵੱਡੇ ਖੇਤਰ ਕੇਵਲ ਇੱਕ ਹੀ ਪ੍ਰਕਾਰ ਦੇ ਰੁੱਖਾਂ ਜਿਵੇਂ ਕਿ ਪਾਈਨ ਟੀਕ ਜਾਂ ਸਫੈਦੇ ਦੇ ਜੰਗਲਾਂ ਵਿੱਚ ਪਰਿਵਰਤਿਤ ਹੋ ਗਏ। ਇਸ ਪ੍ਰਕਾਰ ਦੇ ਦਰਖਤ ਲਾਉਣ ਨਾਲ ਉਦਯੋਗਾਂ ਨੂੰ ਲਾਭ ਮਿਲਿਆ ਜੋ ਜੰਗਲ ਵਿਭਾਗ ਨੂੰ
ਬਹੁਤ ਵੱਡੀ ਆਮਦਨ ਦਾ ਸਰੋਤ ਬਣ ਗਏ। ਬੱਚਿਓ, ਕੀ ਤੁਸੀਂ ਜਾਣਦੇ ਹੋ ਕਿ ਕਿੰਨੇ ਉਦਯੋਗ ਜੰਗਲੀ ਉਤਪਾਦਾਂ ਉੱਤੇ ਨਿਰਭਰ ਕਰਦੇ ਹਨ? ਟਿੰਬਰ, ਕਾਗਜ਼, ਲਾਖ ਅਤੇ ਖੇਡਾਂ ਦੇ ਸਮਾਨ ਇਸ ਦੇ ਕੁਝ ਉਦਾਹਰਣ ਹਨ। ਅੰਤ ਵਿੱਚ ਅਸੀਂ ਚਰਚਾ ਕਰਦੇ ਹਾਂ ਕਿ ਕੁਦਰਤ ਅਤੇ ਜੰਗਲੀ ਜੀਵਨ ਪ੍ਰੇਮੀਆਂ ਦੀ ਜੋ ਜੰਗਲ ਉੱਤੇ ਨਿਰਭਰਤਾ ਨਹੀਂ ਹਨ, ਪਰ ਜੰਗਲਾਂ ਦੇ ਪ੍ਰਬੰਧ ਵਿੱਚ ਉਹਨਾਂ ਦੀ ਗੱਲ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸੁਰੱਖਿਅਣ ਦਾ ਆਰੰਭ ਵੱਡੇ ਜੰਤੂਆਂ ਜਿਵੇਂ ਕਿ ਸ਼ੇਰ, ਚੀਤਾ ਅਤੇ ਗੈਂਡਾ ਤੋਂ ਹੋਇਆ ਸੀ। ਹੁਣ ਉਹਨਾਂ ਦੇ ਸੰਪੂਰਨ ਜੀਵ ਵਿਭਿੰਨਤਾ ਨੂੰ ਪੂਰਨ ਰੂਪ ਵਿੱਚ ਸੁਰੱਖਿਅਤ ਰੱਖਣ ਦੇ ਮਹੱਤਵ ਨੂੰ ਸਮਝ ਲਿਆ ਹੈ। ਪਰ ਕੀ ਸਾਨੂੰ ਅਜਿਹੇ ਵਿਅਕਤੀਆਂ ਨੂੰ ਲੋੜੀਂਦਾ ਮਹੱਤਵ ਨਹੀਂ ਦੇਣਾ ਚਾਹੀਦਾ ਜੋ ਜੰਗਲ ਸਿਸਟਮ ਦੇ ਭਾਗ ਬਣ ਗਏ ਹਨ? ਚਿਪਕੋ ਅੰਦੋਲਨ ਸਥਾਨਕ ਨਿਵਾਸੀਆਂ ਨੂੰ ਜੰਗਲਾਂ ਤੋਂ ਵੱਖ ਕਰਨ ਦੀ ਨੀਤੀ ਦੇ ਖਾਤਮੇ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਅੰਦੋਲਨ 1970 ਦੇ ਆਰੰਭਿਕ ਦਸ਼ਕ ਵਿੱਚ ਹਿਮਾਲਿਆ ਦੀ ਉੱਚੀ ਪਰਬਤ ਲੜੀ ਵਿੱਚ ਗੜਵਾਲ ਦੇ ਰੇਨੀ ਨਾਂ ਦੇ ਪਿੰਡ ਵਿੱਚ ਇੱਕ ਘਟਨਾ ਤੋਂ ਆਰੰਭ ਹੋਇਆ ਸੀ। ਇਹ ਵਿਵਾਦ ਲੱਕੜੀ ਦੇ ਠੇਕੇਦਾਰ ਅਤੇ ਸਥਾਨਕ ਲੋਕਾਂ ਦੇ ਵਿੱਚ ਆਰੰਭ ਹੋਇਆ ਕਿਉਂਕਿ ਪਿੰਡ ਦੇ ਲਾਗੇ ਦਰਖਤ ਕੱਟਣ ਦਾ ਅਧਿਕਾਰ ਉਸ ਨੂੰ ਦੇ ਦਿੱਤਾ ਗਿਆ ਸੀ। ਇੱਕ ਨਿਸ਼ਚਿਤ ਦਿਨ ਠੇਕੇਦਾਰ ਦੇ ਆਦਮੀ ਦਰਖਤ ਕੱਟਣ ਲਈ ਆਏ ਅਤੇ ਜਦੋਂ ਉੱਥੋਂ ਦੇ ਪੁਰਸ਼ ਨਿਵਾਸੀ ਉੱਥੇ ਨਹੀਂ ਸਨ, ਬਿਨਾਂ ਕਿਸੇ ਡਰ ਦੇ ਉੱਥੋਂ ਦੀਆਂ ਇਸਤਰੀਆਂ ਫੌਰਨ ਉੱਥੇ ਪਹੁੰਚ ਗਈਆਂ ਤੇ ਉਹਨਾਂ ਨੇ ਦਰਖਤਾਂ ਨੂੰ ਆਪਣੀਆਂ ਬਾਹਾਂ ਵਿੱਚ ਭਰ ਕੇ ਅਰਥਾਤ ਚਿਪਕ ਕੇ ਠੇਕੇਦਾਰ ਦੇ ਆਦਮੀਆਂ ਨੂੰ ਦਰਖਤ ਕੱਟਣ ਤੋਂ ਰੋਕਿਆ। ਇਸ ਲਈ ਠੇਕੇਦਾਰ ਨੂੰ ਆਪਣਾ ਕੰਮ ਕਰਨਾ ਬੰਦ ਕਰਨਾ ਪਿਆ। ਇਸ ਗੱਲ ਦੇ ਪ੍ਰਮਾਣ ਮਿਲਦੇ ਹਨ ਕਿ ਸਥਾਨਕ ਨਿਵਾਸੀ ਦੀਰਘਕਾਲੀਨ ਪ੍ਰਬੰਧ ਸਿਰਫ ਉਹਨਾਂ ਸਾਧਨਾਂ ਦੀ ਵਰਤੋਂ ਕਰਨਾ ਹੀ ਨਹੀਂ ਜੋ ਉਪਲਬਧ ਹਨ, ਜਦਕਿ ਇਹ ਵੀ ਹੈ ਕਿ ਇਹ ਸਾਧਨ ਸਾਰੇ ਦਾਅਵੇਦਾਰਾਂ ਵਿੱਚ ਬਰਾਬਰ ਵੰਡੇ ਜਾਣ, ਨਾ ਕਿ ਸਿਰਫ ਉਹਨਾਂ ਲਈ ਜੋ ਅਮੀਰ ਹਨ, ਵੱਡੀਆਂ ਵੱਡੀਆਂ ਫੈਕਟਰੀਆਂ ਚਲਾਉਂਦੇ ਹਨ। ਸਾਰੇ ਦਾਅਵੇਦਾਰ ਮਿਲ ਕੇ ਹੀ ਦੀਰਘਕਾਲੀਨ ਪ੍ਰਬੰਧ ਕਰਦੇ ਹਨ। ਸਰਕਾਰ ਦਾ ਮੁੱਖ ਉਦੇਸ਼ ਹੁੰਦਾ ਹੈ ਇਹਨਾਂ ਸਾਧਨਾਂ ਦਾ ਪ੍ਰਬੰਧ ਕਰਨ ਲਈ। ਸਰਕਾਰ ਨੂੰ ਨਿਯਮ ਬਣਾਉਣੇ ਚਾਹੀਦੇ ਹਨ, ਗੈਰ ਕਾਨੂੰਨੀ ਕੰਮਾਂ ਉੱਪਰ ਰੋਕ ਲਗਾਉਣੀ ਚਾਹੀਦੀ ਹੈ ਅਤੇ ਸਜ਼ਾ ਦੇਣੀ ਚਾਹੀਦੀ ਹੈ। ਉਦਯੋਗ ਵੀ ਕੁਦਰਤੀ ਸਾਧਨਾਂ ਦੇ ਪ੍ਰਬੰਧ ਵਿੱਚ ਮਦਦ ਕਰ ਸਕਦੇ ਹਨ, ਜਿਵੇਂ ਮੁੜ ਪੇੜ ਉਗਾਉਣਾ, ਨਿਯਮਾਂ ਦੀ ਪਾਲਣਾ ਕਰਨਾ, ਕੂੜਾ ਕਰਕਟ ਦਾ ਸਹੀ ਨਿਪਟਾਰਾ ਅਤੇ ਕੁਦਰਤੀ ਰਿਸੋਰਸਿਸ ਨੂੰ ਯੂਜ਼ ਕਰਨ ਦੇ ਬਦਲੇ ਉਹਨਾਂ ਦੀ ਕੀਮਤ ਦੇਣੀ। ਬੱਚਿਓ, ਅਸੀਂ ਵੀ ਇਸ ਵਿੱਚ ਯੋਗਦਾਨ ਪਾ ਸਕਦੇ ਹਾਂ 3R ਦੇ ਨਿਯਮਾਂ ਦਾ ਪਾਲਣ ਕਰਕੇ। ਰਿਡਿਊਸ, ਰੀਯੂਜ਼, ਰੀਸਾਈਕਲ। ਪ੍ਰਿਥਵੀ ਉੱਤੇ ਰਹਿਣ ਵਾਲੇ ਜੀਵਾਂ ਦਾ ਮੂਲ ਲੋੜ ਪਾਣੀ ਹੈ। ਪਾਣੀ ਦੀ ਵਰਤੋਂ ਖੇਤੀਬਾੜੀ, ਉਦਯੋਗਾਂ, ਪੀਣ ਲਈ, ਖਾਣਾ ਬਣਾਉਣ ਲਈ, ਨਹਾਉਣ ਲਈ ਅਤੇ ਸਾਫ਼ ਸਫਾਈ ਲਈ ਕੀਤੀ ਜਾਂਦੀ ਹੈ। ਅਸੀਂ ਪਿਛਲੀ ਜਮਾਤ ਵਿੱਚ ਸਾਧਨ ਦੇ ਰੂਪ ਵਿੱਚ ਪਾਣੀ ਦੇ ਮਹੱਤਵ ਅਤੇ ਪਾਣੀ ਦੇ ਚੱਕਰ ਬਾਰੇ ਪੜ੍ਹ ਚੁੱਕੇ ਹਾਂ। ਵਰਖਾ ਦੇ ਪੈਟਰਨ ਦੇ ਅਧਿਐਨ ਨਾਲ ਭਾਰਤ ਦੇ ਭਿੰਨ-ਭਿੰਨ ਖੇਤਰਾਂ ਵਿੱਚ ਪਾਣੀ ਦੀ ਉਪਲਬਧਤਾ ਬਾਰੇ ਪੂਰਾ ਸੱਚ ਸਾਹਮਣੇ ਨਹੀਂ ਆਉਂਦਾ। ਭਾਰਤ ਵਿੱਚ ਵਰਖਾ ਮੁੱਖ ਤੌਰ ਤੇ ਮੌਨਸੂਨ ਉੱਤੇ ਨਿਰਭਰ ਕਰਦੀ ਹੈ। ਇਸ ਦਾ ਅਰਥ ਹੈ ਕਿ ਵਰਖਾ ਦੀ ਅਵਧੀ ਸਾਲ ਦੇ ਕੁਝ ਮਹੀਨਿਆਂ ਤੱਕ ਸੀਮਿਤ ਹੈ। ਕੁਦਰਤ ਵਿੱਚ ਮੌਨਸੂਨ ਦੀ ਚੰਗੀ ਮਾਤਰਾ ਹੋਣ ਦੇ ਬਾਵਜੂਦ ਵੀ ਭੂ ਜਲ ਪੱਧਰ ਵਿੱਚ ਕਮੀ ਹੋਣ ਦਾ ਮੁੱਖ ਕਾਰਨ ਬਨਸਪਤੀ ਦਾ ਘਟ ਜਾਣਾ ਹੈ। ਫਸਲਾਂ ਲਈ ਪਾਣੀ ਦੀ ਜ਼ਿਆਦਾ ਮਾਤਰਾ ਦੀ ਮੰਗ, ਉਦਯੋਗਾਂ ਤੋਂ ਪ੍ਰਵਾਹਿਤ ਪ੍ਰਦੂਸ਼ਣ ਅਤੇ ਨਗਰਾਂ ਦੇ ਕੂੜੇ ਕਰਕਟ ਨੇ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਇਸ ਦੀ ਉਪਲਬਧਤਾ ਦੀ ਸਮੱਸਿਆ ਨੂੰ
ਹੋਰ ਜ਼ਿਆਦਾ ਜਟਿਲ ਬਣਾ ਦਿੱਤਾ ਹੈ। ਬੰਨ, ਟੈਂਕ ਅਤੇ ਨਹਿਰਾਂ ਦਾ ਉਪਯੋਗ ਭਾਰਤ ਦੇ ਭਿੰਨ-ਭਿੰਨ ਖੇਤਰਾਂ ਵਿੱਚ ਸਿੰਚਾਈ ਲਈ ਪ੍ਰਾਚੀਨ ਕਾਲ ਤੋਂ ਕੀਤਾ ਜਾ ਰਿਹਾ ਹੈ। ਪਹਿਲਾਂ ਇਹਨਾਂ ਤਕਨੀਕਾਂ ਦਾ ਉਪਯੋਗ ਸਥਾਨਕ ਲੋਕਾਂ ਦੁਆਰਾ ਕੀਤਾ ਜਾਂਦਾ ਰਿਹਾ ਹੈ। ਸਥਾਨਕ ਨਿਵਾਸੀ ਇਸ ਦਾ ਪ੍ਰਬੰਧ ਖੇਤੀਬਾੜੀ ਅਤੇ ਨਿੱਤ ਦੀਆਂ ਲੋੜਾਂ ਦੀ ਪੂਰਤੀ ਲਈ ਕਰਦੇ ਸਨ, ਜਿਸ ਨਾਲ ਪਾਣੀ ਪੂਰੇ ਸਾਲ ਉਪਲਬਧ ਰਹਿੰਦਾ ਸੀ। ਭੰਡਾਰਿਤ ਕੀਤੇ ਪਾਣੀ ਦਾ ਨਿਯੰਤਰਣ ਭਲੀ ਪ੍ਰਕਾਰ ਕੀਤਾ ਜਾਂਦਾ ਸੀ ਅਤੇ ਪਾਣੀ ਦੀ ਉਪਲਬਧਤਾ ਅਨੁਸਾਰ ਅਨੁਭਵ ਦੇ ਆਧਾਰ ਤੇ ਫਸਲੀ ਚੱਕਰ ਅਪਣਾਏ ਜਾਂਦੇ ਸਨ। ਸਿੰਚਾਈ ਦੇ ਇਹਨਾਂ ਸਾਧਨਾਂ ਦਾ ਰੱਖ ਰਖਾਵ ਵੀ ਸਥਾਨਕ ਲੋਕਾਂ ਦੁਆਰਾ ਹੀ ਕੀਤਾ ਜਾਂਦਾ ਸੀ। ਬੱਚਿਓ, ਅਸੀਂ ਬੰਨ ਕਿਉਂ ਬਣਾਉਣਾ ਚਾਹੁੰਦੇ ਹਾਂ? ਵੱਡੇ ਬੰਨ ਵਿੱਚ ਪਾਣੀ ਵੱਡੀ ਮਾਤਰਾ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ, ਜਿਸ ਦਾ ਉਪਯੋਗ ਕੇਵਲ ਸਿੰਚਾਈ ਲਈ ਹੀ ਨਹੀਂ, ਸਗੋਂ ਬਿਜਲੀ ਉਤਪਾਦਨ ਲਈ ਵੀ ਕੀਤਾ ਜਾਂਦਾ ਹੈ। ਉਦਾਹਰਣ ਵਜੋਂ, ਇੰਦਰਾ ਗਾਂਧੀ ਨਹਿਰ ਤੋਂ ਰਾਜਸਥਾਨ ਦੇ ਕਾਫੀ ਵੱਡੇ ਖੇਤਰ ਵਿੱਚ ਹਰਿਆਲੀ ਆ ਗਈ। ਬੰਨ ਹੜ੍ਹ ਆਉਣ ਤੋਂ ਵੀ ਰੋਕਦੇ ਹਨ। ਕੁਝ ਹੋਰ ਬੰਨਾਂ ਦੇ ਨਾਂ ਜਿਵੇਂ ਭਾਖੜਾ ਨੰਗਲ ਡੈਮ, ਸਰਦਾਰ ਸਰੋਵਰ ਡੈਮ, ਤੇਹਰੀ ਡੈਮ ਆਦਿ। ਵਿਕਾਸ ਦੀਆਂ ਭਿੰਨ-ਭਿੰਨ ਯੋਜਨਾਵਾਂ ਵਿੱਚ ਉਜੜਨ ਵਾਲੇ ਵਧੇਰੇ ਵਿਅਕਤੀ ਗਰੀਬ ਆਦੀਵਾਸੀ ਹੁੰਦੇ ਹਨ, ਜਿਨ੍ਹਾਂ ਨੂੰ ਇਹਨਾਂ ਯੋਜਨਾਵਾਂ ਦਾ ਕੋਈ ਲਾਭ ਵੀ ਨਹੀਂ ਹੁੰਦਾ ਅਤੇ ਉਹਨਾਂ ਨੂੰ ਆਪਣੀ ਭੂਮੀ ਅਤੇ ਜੰਗਲਾਂ ਤੋਂ ਵੀ ਹੱਥ ਧੋਣਾ ਪੈਂਦਾ ਹੈ, ਜਿਸ ਦਾ ਮੁਆਵਜ਼ਾ ਵੀ ਨਹੀਂ ਮਿਲਦਾ। ਤੁਸੀਂ ਨਰਮਦਾ ਬਚਾਓ ਅੰਦੋਲਨ ਦੇ ਵਿਸ਼ੇ ਬਾਰੇ ਜ਼ਰੂਰ ਪੜ੍ਹਿਆ ਹੋਵੇਗਾ, ਜਿਸ ਵਿੱਚ ਨਰਮਦਾ ਨਦੀ ਉੱਤੇ ਬਣਨ ਵਾਲੇ ਬੰਨ ਦੀ ਉਚਾਈ ਦਾ ਵਿਰੋਧ ਹੋ ਰਿਹਾ ਹੈ। ਵੱਡੇ ਬੰਨ ਦੇ ਵਿਰੋਧ ਵਿੱਚ ਮੁੱਖ 3 ਸਮੱਸਿਆਵਾਂ ਦੀ ਚਰਚਾ ਵਿਸ਼ੇਸ਼ ਰੂਪ ਵਿੱਚ ਹੁੰਦੀ ਹੈ। ਸਮਾਜਿਕ ਸਮੱਸਿਆਵਾਂ, ਕਿਉਂਕਿ ਵੱਡੀ ਸੰਖਿਆ ਵਿੱਚ ਕਿਸਾਨ ਅਤੇ ਆਦੀਵਾਸੀ ਉੱਥੋਂ ਉਠਾਏ ਜਾਂਦੇ ਹਨ ਅਤੇ ਉਹਨਾਂ ਨੂੰ ਸਹੀ ਮੁਆਵਜ਼ਾ ਵੀ ਨਹੀਂ ਮਿਲਦਾ। ਆਰਥਿਕ ਸਮੱਸਿਆਵਾਂ, ਕਿਉਂਕਿ ਇਸ ਵਿੱਚ ਜਨਤਾ ਦਾ ਬਹੁਤ ਸਾਰਾ ਧਨ ਲੱਗਦਾ ਹੈ ਅਤੇ ਉਸ ਅਨੁਪਾਤ ਵਿੱਚ ਲਾਭ ਪ੍ਰਾਪਤ ਨਹੀਂ ਹੁੰਦਾ। ਵਾਤਾਵਰਣੀ ਸਮੱਸਿਆਵਾਂ, ਕਿਉਂਕਿ ਇਸ ਨਾਲ ਵੱਡੇ ਪੱਧਰ ਤੇ ਜੰਗਲਾਂ ਦਾ ਵਿਨਾਸ਼ ਹੁੰਦਾ ਹੈ ਅਤੇ ਜੀਵ ਵਿਭਿੰਨਤਾ ਦੀ ਹਾਨੀ ਹੁੰਦੀ ਹੈ। ਜਲ ਵਿਭਾਜਨ ਪ੍ਰਬੰਧ ਵਿੱਚ ਮਿੱਟੀ ਅਤੇ ਪਾਣੀ ਦੇ ਵਿਗਿਆਨਿਕ ਸੁਰੱਖਿਅਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਜਿਸ ਨਾਲ ਜੀਵ ਪੁੰਜ ਉਤਪਾਦਨ ਵਿੱਚ ਵਾਧਾ ਹੋ ਸਕੇ। ਇਸ ਦਾ ਪ੍ਰਮੁੱਖ ਉਦੇਸ਼ ਭੂਮੀ ਅਤੇ ਪਾਣੀ ਦੇ ਪ੍ਰਾਇਮਰੀ ਸਾਧਨਾਂ ਦਾ ਵਿਕਾਸ ਅਤੇ ਸੈਕੰਡਰੀ ਸਾਧਨਾਂ ਪੌਦੇ ਅਤੇ ਜੰਤੂਆਂ ਦਾ ਉਤਪਾਦਨ ਇਸ ਪ੍ਰਕਾਰ ਕਰਨਾ ਹੈ ਜਿਸ ਤੋਂ ਪਰਿਸਥਿਤਿਕ ਅਸੰਤੁਲਨ ਪੈਦਾ ਨਾ ਹੋਵੇ। ਜਲ ਵਿਭਾਜਨ ਪ੍ਰਬੰਧ ਨਾਲ ਨਾ ਕੇਵਲ ਜਲ ਵਿਭਾਜਨ ਸਮੁਦਾਇ ਦਾ ਉਤਪਾਦਨ ਅਤੇ ਆਮਦਨ ਵੱਧਦੀ ਹੈ, ਸਗੋਂ ਸੋਕੇ ਅਤੇ ਹੜ੍ਹਾਂ ਨੂੰ ਵੀ ਸ਼ਾਂਤ ਕਰਦਾ ਹੈ। ਹੇਠਲੇ ਬੰਨ ਅਤੇ ਜਲ ਭੰਡਾਰਾਂ ਦਾ ਸੇਵਾ ਕਾਲ ਵੀ ਵਧਾਉਂਦਾ ਹੈ। ਜਲ ਭੰਡਾਰਨ ਭਾਰਤ ਦਾ ਸਦੀਆਂ ਪੁਰਾਣਾ ਢੰਗ ਹੈ। ਰਾਜਸਥਾਨ ਵਿੱਚ ਖਾਦਿਨ, ਵੱਡੀਆਂ ਟੈਂਕੀਆਂ ਅਤੇ ਨਾਦੀ, ਮਹਾਰਾਸ਼ਟਰ ਦੇ ਬੰਦਾਰਸ ਅਤੇ ਤਾਲ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਬੰਦਿਸ, ਬਿਹਾਰ ਵਿੱਚ ਆਹਾਰ ਅਤੇ ਪਾਇਨ, ਹਿਮਾਚਲ ਪ੍ਰਦੇਸ਼ ਵਿੱਚ ਕੂਲ, ਤਾਮਿਲਨਾਡੂ ਵਿੱਚ ਐਰਿਸ ਆਦਿ ਪ੍ਰਾਚੀਨ ਜਲ ਭੰਡਾਰਨ ਅਤੇ ਜਲ ਪਰਿਵਹਨ ਰਚਨਾ ਅਜੇ ਵੀ ਉਪਯੋਗ ਵਿੱਚ ਹਨ। ਜਲ ਭੰਡਾਰਨ ਤਕਨੀਕ ਸਥਾਨਕ ਹੁੰਦੀ ਹੈ ਅਤੇ ਇਸ ਦੇ ਲਾਭ ਵੀ ਸਥਾਨਕ ਸੀਮਿਤ ਖੇਤਰ ਨੂੰ ਹੀ ਹੁੰਦਾ ਹੈ। ਸਥਾਨਕ ਨਿਵਾਸੀਆਂ ਨੂੰ ਜਲ ਸੁਰੱਖਿਆ ਦਾ ਕੰਟਰੋਲ ਦੇਣ ਨਾਲ ਇਹਨਾਂ ਸਾਧਨਾਂ ਦੀ ਦੁਰਵਰਤੋਂ ਅਤੇ ਲੋੜ ਤੋਂ ਵੱਧ ਵਰਤੋਂ ਦੇ ਮਾਮਲੇ ਘੱਟ ਹੁੰਦੇ ਹਨ।
ਲਗਭਗ 400 ਸਾਲ ਪੂਰਵ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਨਹਿਰੀ ਸਿੰਚਾਈ ਦੀ ਸਥਾਨਕ ਪ੍ਰਣਾਲੀ ਦਾ ਵਿਕਾਸ ਹੋਇਆ। ਇਸ ਨੂੰ ਕੂਲ ਕਿਹਾ ਜਾਂਦਾ ਹੈ। ਝਰਨਿਆਂ ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਮਨੁੱਖ ਨਿਰਮਿਤ ਛੋਟੇ-ਛੋਟੇ ਨਾਲਿਆਂ ਤੋਂ ਪਹਾੜੀ ਉੱਤੇ ਸਥਿਤ ਹੇਠਲੇ ਪਿੰਡਾਂ ਤੱਕ ਲੈ ਜਾਇਆ ਜਾਂਦਾ ਹੈ। ਇਨ੍ਹਾਂ ਕੂਲਾਂ ਤੋਂ ਪ੍ਰਾਪਤ ਪਾਣੀ ਦਾ ਪ੍ਰਬੰਧ ਖੇਤਰ ਦੇ ਸਾਰੇ ਪਿੰਡਾਂ ਦੀ ਸਹਿਮਤੀ ਨਾਲ ਕੀਤਾ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਖੇਤੀ ਦੇ ਮੌਸਮ ਵਿੱਚ ਪਾਣੀ ਸਭ ਤੋਂ ਪਹਿਲਾਂ ਦੂਰ ਦੇ ਪਿੰਡਾਂ ਨੂੰ ਦਿੱਤਾ ਜਾਂਦਾ ਸੀ ਅਤੇ ਫਿਰ ਉਚਾਈ ਵਾਲੇ ਪਿੰਡਾਂ ਨੂੰ ਇਸ ਦਾ ਲਾਭ ਦਿੱਤਾ ਜਾਂਦਾ ਸੀ। ਕੂਲ ਦੇ ਦੇਖਭਾਲ ਅਤੇ ਪ੍ਰਬੰਧ ਲਈ 2 ਜਾਂ 3 ਵਿਅਕਤੀ ਰੱਖੇ ਜਾਂਦੇ ਸਨ, ਜਿਨ੍ਹਾਂ ਨੂੰ ਪਿੰਡ ਵਾਲੇ ਤਨਖਾਹ ਦਿੰਦੇ ਸਨ। ਸਰਕਾਰ ਦੁਆਰਾ ਇਨ੍ਹਾਂ ਕੂਲਾਂ ਨੂੰ ਆਪਣੇ ਹੱਥ ਵਿੱਚ ਲੈਣ ਮਗਰੋਂ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕੂਲਾਂ ਕਿਰਿਆਹੀਨ ਹੋ ਗਈਆਂ ਅਤੇ ਪਾਣੀ ਦੇ ਵਿਤਰਨ ਦੀ ਆਪਸੀ ਭਾਗੀਦਾਰੀ ਵੀ ਪਹਿਲਾਂ ਜਿਹੀ ਵਿਵਸਥਾ ਸਮਾਪਤ ਹੋ ਗਈ। ਹੁਣ ਅਸੀਂ ਇੱਕ ਹੋਰ ਮਹੱਤਵਪੂਰਨ ਸਾਧਨ ਪਥਰਾਟ ਬਾਲਣ ਭਾਵ ਕੋਲੇ ਅਤੇ ਪੈਟਰੋਲੀਅਮ ਬਾਰੇ ਚਰਚਾ ਕਰਾਂਗੇ, ਜੋ ਊਰਜਾ ਦੇ ਪ੍ਰਮੁੱਖ ਸੋਮੇ ਹਨ। ਇਨ੍ਹਾਂ ਊਰਜਾ ਸੋਮਿਆਂ ਦਾ ਪ੍ਰਬੰਧ ਦੂਜੇ ਸਾਧਨਾਂ ਦੇ ਮੁਕਾਬਲੇ ਕੁਝ ਵੱਖਰੇ ਤਰੀਕੇ ਨਾਲ ਕੀਤਾ ਜਾਂਦਾ ਹੈ। ਪੈਟਰੋਲੀਅਮ ਅਤੇ ਕੋਲਾ ਲੱਖਾਂ ਹੀ ਸਾਲ ਪਹਿਲਾਂ ਜੀਵਾਂ ਦੇ ਜੀਵ ਪੁੰਜ ਦੇ ਅਪਘਟਨ ਤੋਂ ਪ੍ਰਾਪਤ ਹੁੰਦੇ ਹਨ। ਉਦਯੋਗਿਕ ਕ੍ਰਾਂਤੀ ਦੇ ਸਮੇਂ ਤੋਂ ਅਸੀਂ ਲਗਾਤਾਰ ਵਾਧੂ ਊਰਜਾ ਦੀ ਖਪਤ ਕਰ ਰਹੇ ਹਾਂ। ਇਸ ਊਰਜਾ ਦਾ ਉਪਯੋਗ ਅਸੀਂ ਨਿਤ ਦਿਨ ਦੀਆਂ ਊਰਜਾ ਲੋੜਾਂ ਦੀ ਪੂਰਤੀ ਅਤੇ ਜੀਵਨ ਉਪਯੋਗੀ ਪਦਾਰਥਾਂ ਦੇ ਉਤਪਾਦਨ ਹਿੱਤ ਕਰ ਰਹੇ ਹਾਂ। ਊਰਜਾ ਸੰਬੰਧੀ ਇਹ ਲੋੜਾਂ ਕੋਲ ਅਤੇ ਪੈਟਰੋਲੀਅਮ ਤੋਂ ਪੂਰੀਆਂ ਹੁੰਦੀਆਂ ਹਨ। 37% ਬਿਜਲੀ ਕੋਲੇ ਤੋਂ ਬਣਦੀ ਹੈ, ਕਿਉਂਕਿ ਕੋਲਾ ਬਾਕੀ ਬਾਲਣਾਂ ਤੋਂ ਸਸਤਾ ਹੈ। ਪਰ ਜਦੋਂ ਅਸੀਂ ਕੋਲੇ ਅਤੇ ਪੈਟਰੋਲੀਅਮ ਦੀ ਖਪਤ ਦੇ ਬਾਰੇ ਵਿੱਚ ਵਿਚਾਰ ਕਰਦੇ ਹਾਂ ਤਾਂ ਇਹ ਊਰਜਾ ਦੇ ਦੂਜੇ ਸੋਮਿਆਂ ਦੇ ਵਿਸ਼ੇ ਵਿੱਚ ਵਿਚਾਰ ਦਾ ਇਕੱਲਾ ਆਧਾਰ ਨਹੀਂ ਹੈ, ਕਿਉਂਕਿ ਕੋਲੇ ਅਤੇ ਪੈਟਰੋਲੀਅਮ ਜੀਵ ਪੁੰਜ ਤੋਂ ਬਣਦੇ ਹਨ, ਜਿਨ੍ਹਾਂ ਵਿੱਚ ਕਾਰਬਨ ਤੋਂ ਇਲਾਵਾ ਹਾਈਡਰੋਜਨ, ਨਾਈਟ੍ਰੋਜਨ ਅਤੇ ਸਲਫਰ ਵੀ ਹੁੰਦੇ ਹਨ। ਜਦੋਂ ਇਹਨਾਂ ਨੂੰ ਜਲਾਇਆ ਜਾਂਦਾ ਹੈ ਤਾਂ ਕਾਰਬਨ ਡਾਈਆਕਸਾਈਡ, ਪਾਣੀ, ਨਾਈਟ੍ਰੋਜਨ ਅਤੇ ਸਲਫਰ ਦੇ ਆਕਸਾਈਡ ਉਤਪੰਨ ਹੁੰਦੇ ਹਨ। ਹਵਾ ਦੀ ਘੱਟ ਮਾਤਰਾ ਵਿੱਚ ਇਹਨਾਂ ਨੂੰ ਜਲਾਉਣ ਨਾਲ ਕਾਰਬਨ ਡਾਈਆਕਸਾਈਡ ਦੀ ਥਾਂ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ। ਇਹਨਾਂ ਉਤਪਾਦਾਂ ਵਿੱਚੋਂ ਨਾਈਟ੍ਰੋਜਨ ਅਤੇ ਸਲਫਰ ਦੇ ਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਦੀ ਬਹੁਤਾਤ ਜ਼ਹਿਰੀਲੀ ਹੁੰਦੀ ਹੈ ਅਤੇ ਕਾਰਬਨ ਡਾਈਆਕਸਾਈਡ ਇੱਕ ਗ੍ਰੀਨ ਹਾਊਸ ਗੈਸ ਹੈ। ਕੋਲੇ ਅਤੇ ਪੈਟਰੋਲੀਅਮ ਬਾਰੇ ਵਿਚਾਰ ਕਰਨ ਦਾ ਇੱਕ ਹੋਰ ਮੰਤਵ ਇਹ ਵੀ ਹੈ ਕਿ ਇਹ ਕਾਰਬਨ ਦੇ ਵਿਸ਼ਾਲ ਭੰਡਾਰ ਹਨ। ਜੇਕਰ ਇਹਨਾਂ ਦੀ ਸਾਰੀ ਮਾਤਰਾ ਨੂੰ ਜਲਾਉਣ ਨਾਲ ਇਹਨਾਂ ਵਿਚਲਾ ਸਾਰਾ ਕਾਰਬਨ ਡਾਈਆਕਸਾਈਡ ਵਿੱਚ ਪਰਿਵਰਤਿਤ ਹੋ ਗਿਆ ਤਾਂ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਬਹੁਤ ਵੱਧ ਜਾਵੇਗੀ, ਜਿਸ ਦੇ ਨਤੀਜੇ ਵਜੋਂ ਵਿਸ਼ਵ ਵਿਆਪੀ ਤਾਪਮਾਨ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਇਸ ਲਈ ਇਹਨਾਂ ਸਾਧਨਾਂ ਦਾ ਉਪਯੋਗ ਸਿਆਣਪ ਨਾਲ ਕਰਨ ਦੀ ਲੋੜ ਹੈ। ਜੇਕਰ ਅਸੀਂ ਇਹਨਾਂ ਦੀ ਸਾਂਭ ਸੰਭਾਲ ਨਹੀਂ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਨੂੰ ਊਰਜਾ ਦੀ ਬਚਤ ਕਰਨ ਲਈ ਬਹੁਤ ਕੰਮਾਂ ਦੀ ਜ਼ਰੂਰਤ ਹੈ, ਜਿਵੇਂ ਬਿਜਲੀ ਦੀ ਘੱਟ ਖਪਤ ਕਰਕੇ, 3R ਦਾ ਨਿਯਮ ਅਪਣਾ ਕੇ, ਬੱਸ ਵਿੱਚ ਯਾਤਰਾ ਆਪਣੇ ਵਾਹਨ ਪ੍ਰਯੋਗ ਵਿੱਚ ਲਿਆਉਣਾ ਜਾਂ ਪੈਦਲ ਤੇ ਸਾਈਕਲ ਤੇ ਚੱਲਣਾ, ਆਪਣੇ ਘਰਾਂ ਵਿੱਚ ਬਲਬ, ਫਲੋਰੋਸੈਂਟ ਟਿਊਬ ਦੀ ਵਰਤੋਂ ਕਰਨਾ, ਵੱਧ ਤੋਂ ਵੱਧ ਰੁੱਖ ਲਗਾ ਕੇ, ਦੂਜਿਆਂ ਨਾਲ ਊਰਜਾ ਨੂੰ ਬਚਾਉਣ ਦੀ ਸਾਂਝੇਦਾਰੀ ਕਰਕੇ। ਇਹਨਾਂ ਚੀਜ਼ਾਂ ਨੂੰ ਅਪਣਾ ਕੇ ਅਸੀਂ ਊਰਜਾ ਬਚਾ ਸਕਦੇ ਹਾਂ।